गुरु सवारे खालसा जी। वाहिगुरु जी का खालसा, वाहिगुरु जी की फतेह। आप जी वडभागे हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वडियाइयां दे मालक सतगुरु जी का पावन पवित्र प्रकाश गुरपुरब मनाउण वास्ते सतगुरां दे ही पवित्र चरण छो प्राप्त इतिहासक स्थान गुरुद्वारा बंगला साहब जी की यात्रा करदे हां। जुगो जुग अटल छतर चवर तखत दे मालक धन 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 श्री गुरु ग्रंथ साहिब पातशाह महाराज जी दे हजूर मनुखा जीवन दीयां घड़ियां नूं सफला कर रहे हो। हुण समा है गुरु दरबार दे अनुसार गुरु इतिहास दी चल रही लड़ीवार कथा दा अपनियां मन बिरतियां इकागर करो। रसना पवित्र कर दे एक बार सारे उच्चारण करो जी। सतनाम वाहिगुरु जी। ये इतिहास पहले पातशाह जाहर पीर जगत गुरु कल तारन आए श्री गुरु नानक देव महाराज जी का है। प्रसंग है बाबर दा हिंदुस्तान विच आके एमनाबाद ते हमला करना। एक लड़ी है जो आप रोज सरवण करते हाँ। अज इस लड़ी नाल जुड़न तो पहला गुरपुरब सारे ही महान ने। किसी भी गुरु का कोई भी जिहड़ा गुरपुरब है वो साडे हर सिख दे जीवन विच एक बहुत वड्डी अहमियत रखता है। जदों असी गुरबाणी पढ़ते हैं फिर सानू इस गल की समझ आती है कि गुर बिन घोर अंधार, गुरु बिन समझ ना आवे, गुर बिन सुरत ना सिद्ध, गुरु बिन मुक्त ना पावे। अज भी तुसी वेखो जिहड़ी दुनिया है संसार जिहड़ा है ये एक अजीब अंधकारता दे विच फसिया होया है। अज दे युग तो वध इस धरती दे उत्ते ना कदे पदार्थ होए ने
ਨਾ ਹੀ ਕਦੇ ਇੰਨਾ ਗਿਆਨ ਵਿਗਿਆਨ ਹੋਇਆ। ਅੱਜ ਦੀ ਤਰੀਕ ਵਿੱਚ ਇਸ ਦੁਨੀਆ ਦੀ ਇੰਨੀ ਰਫ਼ਤਾਰ ਹੈ, ਉਹ ਭਾਵੇਂ ਹਵਾਈ ਸਾਧਨ ਹੋਣ, ਭਾਵੇਂ ਧਰਤੀ ਆਵਾਜਾਈ ਦੇ ਸਾਧਨ ਹੋਣ, ਭਾਵੇਂ ਉਹ ਕਮਿਊਨੀਕੇਸ਼ਨ ਦੇ ਸਾਧਨ ਹੋਣ, ਹਰ ਚੀਜ਼ ਮਿੰਟਾਂ ਸਕਿੰਟਾਂ ਤੋਂ ਲੈ ਕੇ ਘੰਟਿਆਂ ਵਿੱਚ ਮੁੱਕ ਜਾਂਦੀ ਹੈ। ਦਿਨ ਰਾਤ ਦਾ ਸਮਾਂ ਨਹੀਂ ਲੱਗਦਾ। ਪਰ ਕੋਈ ਵੀ ਵਿਅਕਤੀ ਜਿਹੜਾ ਤੁਹਾਨੂੰ ਅੱਜ ਬੰਗਲਾ ਸਾਹਿਬ ਮਿਲੇ, ਅਮੀਰ ਮਿਲੇ ਉਸ ਨੂੰ ਵੀ ਪੁੱਛੋ, ਗਰੀਬ ਮਿਲੇ ਉਸ ਨੂੰ ਵੀ ਪੁੱਛੋ, ਕੋਈ ਪੜ੍ਹਿਆ ਲਿਖਿਆ ਮਿਲੇ ਉਸ ਨੂੰ ਵੀ ਪੁੱਛੋ, ਕੋਈ ਅਨਪੜ੍ਹ ਮਿਲੇ ਉਸ ਨੂੰ ਜ਼ਰੂਰ ਪੁੱਛੋ ਕਿ ਭਾਈ ਗੁਰਦੁਆਰੇ ਕੀ ਲੈਣ ਆਏ ਹੋ। ਹਰ ਵਿਅਕਤੀ ਦਾ ਜਵਾਬ ਹੋਏਗਾ ਸੁਖ ਸ਼ਾਂਤੀ। ਪੁੱਛੋ ਵੀ ਤੁਹਾਡੇ ਘਰ ਨਹੀਂ ਹੈਗੀ? ਅੱਜ ਤੁਹਾਡੇ ਘਰਾਂ ਦੇ ਵਿੱਚ ਦੁਨੀਆ ਦੀ ਹਰ ਵਸਤੂ ਹੈ, ਪਰ ਇਹ ਬਿਲਕੁਲ ਸੱਚ ਹੈ, ਇਹ ਦੋ ਚੀਜ਼ਾਂ ਨਹੀਂ ਹੈਗੀਆਂ। ਕਿਉਂਕਿ ਇਹ ਦੋ ਚੀਜ਼ਾਂ ਜਿਹੜੀਆਂ ਨੇ ਇਹ ਗਿਆਨ ਤੇ ਆਧਾਰਿਤ ਨੇ, ਇਹਨਾਂ ਦਾ ਸੰਬੰਧ ਗਿਆਨ ਨਾਲ ਹੈ। ਗਿਆਨ ਹੋਵੇ ਤੇ ਦੁੱਖ ਵੀ ਮਿਟ ਜਾਂਦਾ ਹੈ। ਮੈਂ ਤਾਂ ਬਹੁਤ ਵਾਰੀ ਬੇਨਤੀ ਕੀਤੀ ਕਿ ਦੇਖੋ, ਮੌਤ ਤੋਂ ਵੱਡਾ ਦੁੱਖ ਕੋਈ ਨਹੀਂ ਹੈ। ਜਿਹੜੇ 4 ਦੁੱਖ ਗੁਰਬਾਣੀ ਨੇ ਮੰਨੇ ਨੇ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਪਹਿਲਾ ਤੇ ਵੱਡਾ ਦੁੱਖ ਵਿਛੋੜੇ ਦਾ ਦੁੱਖ ਹੈ। ਸਭ ਤੋਂ ਵੱਧ ਅਸੀਂ ਬਾਈਬਲ ਹੁੰਨੇ ਆ ਤਾਂ ਵਿਛੋੜੇ ਦੇ ਦੁੱਖ ਵਿੱਚ ਹੁੰਨੇ ਆ। ਪਰ ਉਹ ਵਿਛੋੜੇ ਦੇ ਦੁੱਖ ਦਾ ਸਮਾਂ ਵੀ ਸ਼ੁਕਰਾਨੇ ਵਿੱਚ ਆ ਕੇ ਬਦਲ ਸਕਦਾ ਹੈ, ਪਰ ਜੇ ਗਿਆਨ ਹੋਵੇ ਤਾਂ। ਔਰ ਇਹਦੀ ਮੈਂ ਛੋਟੀ ਜੀ ਇੱਕ ਉਦਾਹਰਨ ਆਪ ਜੀ ਨਾਲ ਸਾਂਝੀ ਕਰਾਂ। ਇੱਕ ਵਿਅਕਤੀ ਦੁਨੀਆ ਤੋਂ ਚਲਾ ਗਿਆ, ਸਾਨੂੰ ਬੜਾ ਦੁੱਖ ਹੈ, ਸਾਡੇ ਹੱਥਾਂ 'ਚੋਂ ਚਲਾ ਗਿਆ, ਸਾਨੂੰ ਮੌਕਾ ਹੀ ਨਹੀਂ ਮਿਲਿਆ, ਉਹਨੇ ਸਾਡੇ ਨਾਲ ਗੱਲ ਹੀ ਕੋਈ ਨਹੀਂ ਕੀਤੀ। ਸਾਨੂੰ ਮੌਕਾ ਮਿਲਦਾ ਅਸੀਂ ਉਹਦਾ ਇਲਾਜ ਕਰਾਉਂਦੇ, ਭਾਵ ਜੇ ਉਹ ਮੰਜੇ ਤੇ ਪੈ ਕੇ ਮਰਦਾ ਤੇ ਫਿਰ ਠੀਕ ਸੀ, ਉਹ ਵੈਂਟੀਲੇਟਰ ਤੇ ਚੜ੍ਹ ਕੇ ਮਰਦਾ ਫਿਰ ਠੀਕ ਸੀ। ਕੋਈ 40-50 ਬੋਤਲਾਂ ਖੂਨ ਪੀ ਕੇ ਜਾਂਦਾ ਫਿਰ ਠੀਕ ਸੀ। ਘਰ ਦਾ ਕੋਈ 2-4 ਕਰੋੜ ਰੁਪਈਆ ਖਰਚ ਕਰਾ ਕੇ ਜਾਂਦਾ ਫਿਰ ਠੀਕ ਸੀ। ਆਪਣੇ ਮਰਨ ਵਾਸਤੇ ਲੋਕਾਂ ਨੂੰ ਮਜਬੂਰ ਕਰਦਾ ਵੀ ਸੁਖਮਨੀ ਦੇ ਪਾਠ ਕਰੋ, ਮੇਰੇ ਪ੍ਰਾਣ ਨਿਕਲ ਜਾਣ, ਫਿਰ ਠੀਕ ਸੀ। ਇਸ ਕਰਕੇ ਜ਼ਿਆਦਾ ਦੁੱਖ ਹੈ ਵੀ ਉਹਨੇ ਤੇ ਮੌਕਾ ਹੀ ਨਹੀਂ ਦਿੱਤਾ। ਪਰ ਜੇ ਇਹਨੂੰ ਤੁਸੀਂ ਗਿਆਨ ਵਿੱਚ ਲੈ ਕੇ ਜਾਓ, ਅਗਰ ਇਹ ਮੰਨ ਲਿਆ ਜਾਏ ਕਿ ਮਰਨਾ ਸੱਚ ਹੈ, ਸਾਰੀ ਗੁਰਬਾਣੀ ਤੁਹਾਨੂੰ ਇੱਥੇ ਲੈ ਕੇ ਆਉਂਦੀ, ਤੇ ਜਦੋਂ ਇਹ ਗੱਲ ਹੁੰਦੀ ਹੈ ਆਪਾਂ ਕੀ ਕਰਦੇ ਹਾਂ? ਨਹੀਂ ਜੀ, ਸ਼ੁਭ ਸ਼ੁਭ ਬੋਲੋ। ਸਤਿਗੁਰੂ ਨੇ ਬਾਣੀ 'ਚ ਲਿਖਿਆ ਕਿ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਇੱਕ ਚੀਜ਼ ਆਦਮੀ ਨੂੰ ਭੁੱਲੀ ਹੈ, ਉਹ ਮੌਤ ਹੈ। ਔਰ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛੋ ਵੀ ਮਹਾਰਾਜ ਇਸ ਸੰਸਾਰ ਦਾ ਸਭ ਤੋਂ ਵੱਡਾ ਸੱਚ ਕਿਹੜਾ ਹੈ?
सतगुਰਾਂ ने भाई मरदाने ਨੂੰ ਘੱਲਿਆ ਸੀ ਵੀ ਜਾ ਮਰਦਾਨਿਆ ਪੁੱਛ ਕੇ ਆ ਸੱਚ ਕੀ ਹੈ ਝੂਠ ਕੀ ਹੈ ਤੇ ਵਾਪਸ ਆ ਕੇ ਦੱਸਿਆ ਸੀ ਬਾਬਾ ਮਰਨਾ ਸੱਚ ਹੈ। ਹੁਣ ਜੇ ਇਸ ਸੱਚ ਨੂੰ ਅਸੀਂ ਕਬੂਲ ਲਈਏ ਫਿਰ ਇਹ ਵੀ ਮੰਨ ਲਈਏ ਕਿ ਜੇ ਮਰਨਾ ਸੱਚ ਹੈ ਤਾਂ ਫਿਰ ਇਹ ਵੀ ਚੇਤਾ ਰੱਖਣਾ ਮਰਨਾ ਨਿਸ਼ਚਿਤ ਹੈ। ਉਹਦੇ ਲਈ ਸਮਾਂ ਉਹਦੇ ਲਈ ਸਥਾਨ ਉਹਦੇ ਲਈ ਕਾਰਨ ਇਹ ਸਭ ਕੁਝ ਪਹਿਲਾਂ ਲਿਖਿਆ ਹੋਇਆ ਹੈ। ਸਾਡੀ ਗਲਤੀ ਹੈ। ਮੈਂ ਤਾਂ ਰੋਜ਼ ਬੇਨਤੀ ਕਰਦਾ ਵੀ ਆਪਾਂ ਰੱਬ ਨੂੰ ਵਰਤਦੇ ਹਾਂ ਮੰਨਦੇ ਨਹੀਂ। ਰੱਬ ਨੂੰ ਮੰਨਣ ਦਾ ਅਰਥ ਇਹ ਹੈ ਕਿ ਰੱਬ ਇੱਕ ਹੈ। ਸਾਰੀ ਧਰਤੀ ਦੇ ਝਗੜੇ ਖਤਮ ਹੁੰਦੇ ਨੇ ਉਹੀ ਰੱਬ ਸਿੱਖਾਂ ਦਾ ਵਾਹਿਗੁਰੂ ਹੈ, ਉਹੀ ਰੱਬ ਮੁਸਲਮਾਨਾਂ ਦਾ ਅੱਲਾ ਹੈ, ਉਹੀ ਰੱਬ ਹਿੰਦੂਆਂ ਦਾ ਹਰੀ ਹੈ, ਓਮ ਹੈ, ਰਾਮ ਹੈ, ਉਹੀ ਰੱਬ ਅੰਗਰੇਜ਼ਾਂ ਦਾ ਗੋਡ ਹੈ। ਸਾਰੇ ਝਗੜੇ ਖਤਮ ਹੋ ਗਏ। ਇਹਦਾ ਅਰਥ ਕੀ ਹੈ ਵੀ ਆਪਣਾ ਸਾਰਿਆਂ ਦਾ ਜਿਹੜਾ ਵੱਡਾ ਹੈ ਉਹ ਤਾਂ ਇੱਕੋ ਹੀ ਹੈ। ਅਸੀਂ ਇੱਕੋ ਹੀ ਦਾਦੇ ਬਾਬੇ ਦੀ ਔਲਾਦ ਆ। ਕਿਸੇ ਦਾ ਨਾਂ ਰਾਮ ਸਿੰਘ ਹੈ, ਕਿਸੇ ਦਾ ਨਾਂ ਸ਼ਾਮ ਸਿੰਘ ਹੈ। ਜਿੰਨਾ ਚਿਰ ਇਹ ਨਹੀਂ ਮੰਨੋਗੇ ਇਹਨਾਂ ਪੰਕਤੀਆਂ ਦੇ ਕੋਈ ਅਰਥ ਨਹੀਂ। ਏਕ ਪਿਤਾ ਏਕ ਸਕੇ ਹਮ ਬਾਰਕ। ਹੁਣ ਇਹਨਾਂ ਪੰਕਤੀਆਂ ਦੇ ਅਰਥ ਕੀ ਨੇ? ਇਹਨਾਂ ਪੰਕਤੀਆਂ ਦੇ ਅਰਥ ਇਹ ਹੈ ਕਿ ਜਿਹੜੇ ਆਪਾਂ ਗੁਰੂ ਘਰ ਨੂੰ ਮੰਨਦੇ ਆ ਆਪਾਂ ਸਾਰੇ ਇੱਕ ਪਿਤਾ ਇੱਕ ਸਕੇ ਹਮ ਬਾਰਕ। ਜਿਹੜੇ ਗੁਰੂ ਘਰ ਨੂੰ ਨਹੀਂ ਮੰਨਦੇ ਉਹ ਇਸ ਗੁਰਬਾਣੀ ਦੀ ਪੰਕਤੀ ਚ ਆਉਂਦੇ ਹੀ ਨਹੀਂ। ਹੁਣ ਇਹਦੇ ਨਾਲ ਕੀ ਪਾਪ ਕੀਤਾ ਪਤਾ ਤੁਹਾਨੂੰ? ਗੁਰੂ ਦਾ ਗਿਆਨ ਛੋਟਾ ਕੀਤਾ, ਬਾਣੀ ਦੇ ਅਰਥ ਛੋਟੇ ਕੀਤੇ, ਧਰਮ ਦਾ ਸਰਕਲ ਛੋਟਾ ਕੀਤਾ। ਤੁਸੀਂ ਧਰਮ ਆਪਣੇ ਕਸਬੇ ਜਿੰਨਾ ਕਰ ਲਿਆ, ਤੁਸੀਂ ਧਰਮ ਆਪਣੀ ਨਜ਼ਰ ਜਿੰਨਾ ਕਰ ਲਿਆ, ਤੁਸੀਂ ਧਰਮ ਆਪਣੀ ਅਕਲ ਜਿੰਨਾ ਕਰ ਲਿਆ। ਬਸ ਇੰਨੀ ਜਿੰਨੀ ਕਾ ਤੁਹਾਨੂੰ ਅਕਲ ਹੈ ਓਡਾ ਕੀ ਧਰਮ ਹੈ। ਬਸ ਗਲਤੀ ਸਾਡੀ ਹੈ। ਜੇ ਰੱਬ ਨੂੰ ਮੰਨਦੇ ਆ ਤੇ ਪਹਿਲਾ ਇਹ ਹੈ ਕਿ ਰੱਬ ਇੱਕ ਹੈ, ਦੂਜਾ ਉਹ ਇੱਕ ਥਾਂ ਤੇ ਨਹੀਂ ਹੈ। ਜਿਤਨੇ ਮੰਨ ਲਵਾਂਗੇ ਫਿਰ ਤੁਹਾਡਾ ਗੁਰਦੁਆਰੇ ਮੰਦਿਰ ਮਸਜਿਦ ਚਰਚ ਵਿੱਚ ਜਾਣ ਦਾ ਏਮ ਜਿਹੜਾ ਹੈ, ਮਿਸ਼ਨ ਜਿਹੜਾ ਹੈ, ਮਨੋਰਥ ਜਿਹੜਾ ਹੈ ਉਹ ਟੋਟਲ ਬਦਲ ਜਾਏਗਾ। ਵੀ ਰੱਬ ਤੇ ਤੁਹਾਡੇ ਘਰ ਵਿੱਚ ਵੀ ਹੈ, ਤੁਹਾਡੀ ਰਸੋਈ ਵਿੱਚ ਵੀ ਹੈ, ਤੁਹਾਡੀ ਫੈਕਟਰੀ ਵਿੱਚ ਵੀ ਹੈ। ਜਿਹੜੀ ਗੱਡੀ 'ਚ ਬਹਿ ਕੇ ਆਏ ਹੋ ਰੱਬ ਤਾਂ ਉੱਥੇ ਵੀ ਸੀ। ਫਿਰ ਗੁਰਦੁਆਰੇ ਕਿਉਂ ਆਏ ਹੋ? ਗੁਰਦੁਆਰੇ ਤੁਸੀਂ ਰੱਬ ਨੂੰ ਮਿਲਣ ਨਹੀਂ ਆਏ, ਤੁਸੀਂ ਰੱਬ ਦੇ ਬਾਰੇ ਸਮਝਣ ਆਏ ਹੋ, ਰੱਬ ਦੇ ਬਾਰੇ ਜਾਣਨ ਆਏ ਹੋ। ਰੱਬ ਦੇ ਬਾਰੇ ਜਾਣਨ ਆਏ ਆ। ਇਹ ਗਿਆਨੀ ਜੀ ਕਿਹੜੀ ਨਵੀਂ ਗੱਲ ਕਰਦੇ ਆ ਤੁਸੀਂ? ਅਸੀਂ ਤੇ ਘਰੋਂ ਚੌਲ ਲੈ ਕੇ ਆਏ ਆ, ਬ੍ਰੈਡ ਲੈ ਕੇ ਆਏ ਆ, ਪਕੌੜੇ ਲੈ ਕੇ ਆਏ ਆ, ਉਹ ਵੰਡਣ ਆਏ ਆ। ਇੱਥੋਂ ਜੋ ਮਿਲਿਆ ਉਹ ਘਰ ਨੂੰ ਲੈ ਜਾਾਂਗੇ। ਅਸੀਂ ਮੰਨ ਸਮਝਣ ਸਮਝਾਉਣ ਵਾਲੀ ਤੇ ਅਸੀਂ ਕੋਈ ਕਾਪੀ ਪੈਨ ਹੀ ਨਹੀਂ ਲਿਆਂਦਾ। ਸਮਝਣ ਸਮਝਾਉਣ ਲਈ ਸਮਾਂ ਚਾਹੀਦਾ, ਵਕਤ ਚਾਹੀਦਾ, ਉਹ ਸਾਡੇ ਕੋਲ ਹੈ ਨਹੀਂ। ਨਹੀਂ ਤਾਂ ਕੀ ਇਹ ਮੰਨਿਆ ਜਾ ਸਕਦਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਰਗਾ ਗੁਰੂ ਹੋਵੇ, ਬੰਗਲਾ ਸਾਹਿਬ, ਸੀਸਗੰਜ ਸਾਹਿਬ, ਨਾਨਕ ਪਿਆਓ ਸਾਹਿਬ, ਰਕਾਬਗੰਜ ਸਾਹਿਬ, ਮੋਤੀ ਬਾਗ ਸਾਹਿਬ ਐਸੇ ਅਸਥਾਨ ਹੋਣ ਤੇ ਆਪਾਂ ਭਟਕਦੇ ਹੋਈਏ, ਸਾਡੀ ਖੁਆਰੀ ਹੋ ਰਹੀ ਹੋਵੇ। ਏਡੇ ਏਡੇ ਵੱਡੇ ਅਸਥਾਨ ਹੁੰਦੇ ਆ ਦਿੱਲੀ ਦੇ ਵਿੱਚ, ਪਖੰਡੀਆਂ ਦੇ, ਜੋਤਸ਼ੀਆਂ ਦੇ, ਕਰਮਕਾਂਡੀਆਂ ਦੇ, ਤਾਂਤਰਿਕਾਂ ਦੇ ਵੱਡੇ ਵੱਡੇ ਥਾਂ ਬਣ ਜਾਣ। ਇਹ ਕਿੱਦਾਂ ਹੋ ਗਿਆ? ਹੋਣਾ ਨਹੀਂ ਸੀ ਚਾਹੀਦਾ। ਉਹਨਾਂ ਚੀਜ਼ਾਂ ਨੂੰ ਕੋਈ ਥਾਂ ਹੀ ਨਹੀਂ ਸੀ ਹੋਣੀ ਚਾਹੀਦੀ।
पर सच ये है कि असी गुरुद्वारे निकल के उन्हां कोल जाने आ, मत्था कित्थे टेकदे आ? गुरुद्वारे। पाठ किहदा करदे आ? गुरु दा। परिक्रमा किहदी करदे आ? गुरु दी। हत्थ किहनूं विखाउने आ? किसी तांत्रिक नूं। ਉਹਦੇ ਕੋਲੋਂ ਜਾ ਕੇ ਅਸੀਂ ਜੋਤਿਸ਼ ਲਵਾਉਂਦੇ ਆ, ਟੇਵੇ ਲਵਾਉਂਦੇ ਆ। ਉਹਦੇ ਕੋਲੋਂ ਅਸੀਂ ਪੁੱਛਣਾ ਪਵਾਉਂਦੇ ਆ, ਭਾਈ ਜਿਸ ਗੁਰੂ ਦੇ ਅੱਗੇ ਹੱਥ ਜੋੜ ਕੇ ਆਏ ਆ ਉਹਦਾ ਮੀਨਿੰਗ ਕੀ ਸੀ? ਤੁਹਾਨੂੰ ਪਤਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਲਿਖਿਆ ਹੈ, ਕਰ ਡੰਡੌਤ ਪੁੰਨ ਵੱਡਾ ਹੈ। ਸਿੱਖਾ ਇੱਕ ਵਾਰੀ ਮੱਥਾ ਟੇਕ ਕੇ ਵੇਖ, ਇਹ ਬਹੁਤ ਵੱਡਾ ਪੁੰਨ ਹੈ। ਮੱਥਾ ਟੇਕਣਾ ਬਹੁਤ ਵੱਡਾ ਧਰਮ ਹੈ। ਸਾਡੀ ਜਾਣੇ ਬਲਾ ਵੀ ਮੱਥਾ ਟੇਕਣਾ ਵੀ ਧਰਮ ਹੈ। ਕਰ ਡੰਡੌਤ ਪੁੰਨ ਵੱਡਾ ਹੈ, ਕਰ ਅੰਜੁਲੀ ਪੁੰਨ ਵੱਡਾ ਹੈ। ਉਹ ਕਮਲਿਆ ਆ ਹੱਥਾਂ ਦਾ ਇੱਕ ਵਾਰੀ ਬੁੱਕ ਬਣਾ ਕੇ ਤਾਂ ਵੇਖ, ਕਦੇ ਏਦਾਂ ਹੱਥ ਕਰਕੇ ਗੁਰੂ ਅੱਗੇ ਖਲੋ ਕੇ ਤਾਂ ਵੇਖ, ਬੜਾ ਵੱਡਾ ਪੁੰਨ ਹੈ। ਬਹੁਤ ਵੱਡਾ ਧਰਮ ਦਾ ਕਰਮ ਹੈ ਮੱਥਾ ਟੇਕਣਾ। ਮੈਂ ਆਪ ਜੀ ਨੂੰ ਬੇਨਤੀ ਕਰਾਂ, ਕਿਸੇ ਬਜ਼ੁਰਗ ਨੂੰ ਮੱਥਾ ਟੇਕ ਕੇ ਵੇਖਿਓ, ਵੇ ਪੁੱਤ ਜਿਉਂਦਾ ਰਹੋ, ਵੇ ਪੁੱਤ ਤੈਨੂੰ ਮਹਾਰਾਜ ਪੁੱਤ ਦੇਵੇ, ਵੇ ਮਹਾਰਾਜ ਤੈਨੂੰ ਨੌਕਰੀ ਦੇਵੇ, ਵੇ ਤੈਨੂੰ ਤਰੱਕੀਆਂ ਦੇਵੇ, ਵੇ ਤੈਨੂੰ ਮਹਾਰਾਜ ਉੱਚੇ ਮਾਣ ਮਰਤਬੇ ਦੇਵੇ। ਤੇ ਹੁਣ ਪੁੱਛੋ ਬੇਬੇ ਤੇਰੀ ਮੰਜੀ ਕਿੱਥੇ ਹੈ? ਬੇਬੇ ਦੀ ਮੰਜੀ ਉਹਦੇ ਮੁੰਡਿਆਂ ਨੇ ਘਰੋਂ ਬਾਹਰ ਕੱਢੀ ਹੋਈ ਹੈ। ਆਪਣੇ ਕੋਲੇ ਉਹਦੇ ਕੁਝ ਨਹੀਂ ਹੈ, ਤੁਹਾਡੀਆਂ ਝੋਲੀਆਂ ਭਰਤੀਆਂ। ਤੁਸੀਂ ਕੀ ਕੀਤਾ? ਤੁਸੀਂ ਮੱਥਾ ਟੇਕਿਆ। ਉਸ ਮਾਈ ਨੇ ਕੀ ਕੀਤਾ? ਉਹਦੇ ਕੋਲੇ ਕੁਝ ਨਹੀਂ ਸੀ, ਪਰ ਉਹਦੇ ਕੋਲੇ ਇੱਕ ਤਰਲਾ ਸੀ। ਉਹਨੇ ਉਦੋਂ ਹੀ ਰੱਬ ਅੱਗੇ ਹੱਥ ਜੋੜੇ ਵੀ ਰੱਬਾ ਇਸ ਬੱਚੇ ਨੇ ਮੇਰਾ ਮਾਣ ਕੀਤਾ ਹੈ। ਉਹ ਇੱਕ ਕਹਾਵਤ ਸੁਣੀ ਹੈ ਨਾ ਕਿ ਕਿਸੇ ਬਜ਼ੁਰਗ ਨੂੰ, ਮਾਈ ਨੂੰ, ਡਿੱਗੀ ਨੂੰ ਬੱਚੇ ਨੇ ਚੁੱਕਿਆ ਤੇ ਮਾਈ ਕਹਿਣ ਲੱਗੀ ਵੇ ਪੁੱਤ ਤੂੰ ਮੈਨੂੰ ਚੁੱਕਿਆ, ਤੈਨੂੰ ਰੱਬ ਚੁੱਕੇ। ਸਾਨੂੰ ਪਤਾ ਹੀ ਨਹੀਂ ਮੱਥਾ ਟੇਕਣ ਦੇ ਅਰਥ ਕੀ ਨੇ। ਇੱਥੇ ਝੋਲੀਆਂ ਭਰਦੀਆਂ ਨੇ, ਇੱਥੇ ਤਕਦੀਰ ਬਦਲਦੀ ਹੈ, ਤੁਹਾਡੇ ਸਟਾਰ ਬਦਲਦੇ ਨੇ। ਅੰਧ ਵਿਸ਼ਵਾਸ ਵਿੱਚ ਜਿਉਣ ਵਾਲਿਓ, ਮੈਂ ਜੋਤਿਸ਼ ਦੀਆਂ ਕਿਤਾਬਾਂ ਪੜ੍ਹੀਆਂ ਨੇ। ਆ ਜਿਹੜੇ ਦੋ ਹੱਥ ਨੇ ਨਾ, ਹਮੇਸ਼ਾ ਤੁਸੀਂ ਕਹਿੰਦੇ ਜੀ ਮੇਰੇ ਹੱਥ 'ਚ ਰੇਖਾ ਨਹੀਂ ਹੈਗੀ। ਇਹਨਾਂ ਰੇਖਾਵਾਂ ਦੀਆਂ ਅੱਜ ਫੋਟੋਆਂ ਲੈ ਸਕਦੀਆਂ ਨੇ। ਜਿਵੇਂ ਜਿਵੇਂ ਸਮਾਂ ਬਦਲੇਗਾ ਇਹ ਤੁਹਾਡੀਆਂ ਹੱਥ ਦੀਆਂ ਰੇਖਾ ਵੀ ਬਦਲਦੀਆਂ ਨੇ। ਇਹ ਰੇਖਾ ਉਕਰੀਆਂ ਨਹੀਂ ਜਾ ਸਕਦੀਆਂ। ਬਦਲੇਗਾ ਕੌਣ? ਜਿਹਨੇ ਬਣਾਈਆਂ ਸੀ। ਉਹ ਕੌਣ ਹੈ? ਮੈਂ ਰੋਜ਼ ਬੇਨਤੀ ਕਰਦਾ, ਤੁਸੀਂ ਬੱਚਿਆਂ ਦੇ ਜਨਮ ਦਿਨ ਮਨਾਉਂਦੇ ਹੋ, ਆਪਣੇ ਜਨਮ ਦਿਨ ਮਨਾਉਂਦੇ ਹੋ, ਵਿਆਹ ਦੀਆਂ ਸਾਲਗਿਰਾਂ ਮਨਾਉਂਦੇ ਹੋ, ਬਜ਼ੁਰਗਾਂ ਦੀਆਂ ਬਰਸੀਆਂ ਮਨਾਉਂਦੇ ਹੋ। ਜਨਮ ਕੀ ਹੈ? ਇਹ ਸਿਰਫ ਪੱਛਮੀ ਪ੍ਰਭਾਵ ਹੈ। ਜਨਮ ਕੁਝ ਸੈਕਿੰਡ ਤੋਂ ਲੈ ਕੇ ਕੁਝ ਮਿੰਟਾਂ ਦੀ ਇੱਕ ਘਟਨਾ ਹੈ। ਜਨਮ ਹੋ ਗਿਆ। ਜਨਮ ਇੱਕ ਘਟਨਾ ਹੈ, ਪਰ ਜੀਵਨ ਜਨਮ ਤੋਂ ਲੈ ਕੇ ਮੌਤ ਤੱਕ ਦਾ ਇੱਕ ਸਫ਼ਰ ਹੈ। ਜਿਸ ਵਿਅਕਤੀ ਦਾ ਜਨਮ ਸਫਲ ਹੈ, ਸਕਸੈਸ ਹੈ, ਉਸ ਬੰਦੇ ਦਾ ਜਨਮ ਵੀ ਮੁਬਾਰਕ ਹੈ। ਜਿਹਦੀ ਜ਼ਿੰਦਗੀ ਫੇਲ ਹੋ ਗਈ, ਜਿਹਦਾ ਜੀਵਨ ਕਾਮਯਾਬ ਨਹੀਂ ਹੋਇਆ, ਉਹਦੇ ਜਨਮ ਨੂੰ ਵੀ ਤਰਕਾਰ ਹੈ। ਜਨਮ ਦੇਣ ਦੀ ਥਾਂ ਤੇ ਜੀਵਨ ਵੱਲ ਧਿਆਨ ਦਿਓ।
ਤੁਹਾਡਾ ਜਨਮ ਦਿਨ ਦੁਨੀਆ ਮਨਾਏਗੀ, ਪਰ ਅੱਜ ਦੇ ਬੰਦੇ ਨੂੰ ਪਤਾ ਹੈ ਵੀ ਮੇਰਾ ਕਿੰਨੇ ਮਨਾਉਣਾ ਹੈ, ਕਹਿੰਦਾ ਆਪ ਹੀ ਕੇਕ ਕੱਟ ਲਓ, ਆਪ ਹੀ ਤਾੜੀਆਂ ਮਾਰ ਲਓ, ਆਪ ਹੀ ਮੋਮਬੱਤੀਆਂ ਬੁਝਾ ਲਓ। ਉਹਨੂੰ ਪਤਾ ਹੈ ਵੀ ਮਗਰੋਂ ਨਾ ਕਿਸੇ ਨੇ ਜਗਾਉਣੀਆਂ ਨੇ ਨਾ ਕਿਸੇ ਨੇ ਬੁਝਾਉਣੀਆਂ ਨੇ। ਪਰ ਜੀਵਨ ਵੱਲ ਧਿਆਨ ਕਿਵੇਂ ਦਿੱਤਾ ਜਾ ਸਕਦਾ ਹੈ? ਕੌਣ ਤੁਹਾਡੇ ਜੀਵਨ ਦਾ ਦਾਨ ਤੁਹਾਨੂੰ ਕੌਣ ਦੇ ਸਕਦਾ ਹੈ? ਸਿਰਫ ਗੁਰੂ ਦੇ ਸਕਦਾ ਹੈ। ਹੁਣ ਸਾਨੂੰ ਗੁਰੂ ਦੇ ਅਰਥ ਹੀ ਨਹੀਂ ਆਏ। ਜਿਹਦੀ ਮਰਜ਼ੀ ਕਾਰ ਵੇਖ ਲਓ ਦਿੱਲੀ 'ਚ ਮਗਰ ਲਿਖਿਆ ਗੁਰੂ, ਉਹ ਬਾਅਦ ਵਿੱਚ ਪਤਾ ਲੱਗਦਾ ਵੀ ਉਹ ਕਿਸੇ ਮਰੋਲੀ ਵਾਲੇ ਦਾ ਜ਼ਿਕਰ ਹੈ। ਘਰਾਂ 'ਚ ਵੀ ਲੋਕਾਂ ਦੇ ਇਹੀ ਹਾਲਤ ਹੈ, ਭੱਜੀ ਜਾਂਦੀ ਹੈ ਦੁਨੀਆ। ਸੰਸਾਰ ਦੇ ਲੋਕੋ, ਤੁਹਾਨੂੰ ਪਤਾ ਹੈ ਗੁਰੂ ਕਿੰਨੀ ਕਿਸਮ ਦੇ ਹੁੰਦੇ ਨੇ। ਮੈਂ ਫਿਰ ਬੇਨਤੀ ਕਰਾਂ, ਗਿਆਨ ਦੀ ਲੋੜ ਹੈ, ਗਿਆਨ ਵਾਸਤੇ ਸਮੇਂ ਦੀ ਲੋੜ ਹੈ। ਦੁਨੀਆ ਦੇ ਵਿੱਚ ਪੜ੍ਹਿਆ ਲਿਖਿਆ ਬਣਨ ਵਾਸਤੇ 5ਵੀਂ ਦਾ 10ਵੀਂ ਦਾ +2 ਦਾ ਗ੍ਰੈਜੂਏਸ਼ਨ ਦਾ ਡਿਗਰੀ ਦਾ ਡਿਪਲੋਮੇ ਦਾ ਮਾਸਟਰ ਦਾ ਇੱਕ ਲੈਵਲ ਹੈ। ਸਾਲੋਂ ਸਾਲ ਜ਼ਿੰਦਗੀ ਲੱਗਦੀ ਹੈ। ਮੈਂ ਫਿਰ ਬੇਨਤੀ ਕਰਾਂ, ਗੁਣ ਤੇ ਐਜੂਕੇਸ਼ਨ, ਇਹ ਦੋ ਵੱਖਰੀਆਂ ਵੱਖਰੀਆਂ ਚੀਜ਼ਾਂ ਨੇ। ਪੜ੍ਹਿਆ ਲਿਖਿਆ ਬੰਦਾ ਚੋਰ ਵੀ ਹੋ ਸਕਦਾ ਜੇ, ਪੜ੍ਹਿਆ ਲਿਖਿਆ ਬੰਦਾ ਸ਼ਰਾਬੀ ਵੀ ਹੋ ਸਕਦਾ ਜੇ, ਪੜ੍ਹਿਆ ਲਿਖਿਆ ਆਦਮੀ ਘਰ ਵਾਲੀ ਨੂੰ ਕੁੱਟਣ ਵਾਲਾ ਵੀ ਹੋ ਸਕਦਾ ਜੇ। ਪਿੱਛੇ ਇੱਕ ਡੀਸੀ ਦਾ ਕੇਸ ਆਇਆ, ਉਹਦੀ ਘਰਵਾਲੀ ਨੇ ਕੰਪਲੇਂਟ ਕੀਤੀ, ਕਹਿੰਦੇ ਜੀ ਰੋਜ਼ ਮਾਰਦਾ। ਕੀ ਕਰੋਗੇ? ਗਿਆਨ ਦਾ ਕੀ ਕਰੋਗੇ? ਗੁਣ ਤੇ ਗਿਆਨ, ਇਹ ਦੋ ਅੱਗੇ ਜਾ ਕੇ ਵੱਖਰੀਆਂ ਵੱਖਰੀਆਂ ਚੀਜ਼ਾਂ ਹੋਣਗੀਆਂ। ਅਗਰ ਜ਼ਿੰਦਗੀ ਨੂੰ ਸੁਖੀ ਜਿਉਣਾ ਹੈ ਤਾਂ ਤੁਹਾਡੇ ਕੋਲ ਗੁਣ ਚਾਹੀਦਾ ਹੈ। ਜਿਹੜੇ ਤੁਹਾਡੇ ਬਜ਼ੁਰਗ ਸੀ, ਉਹ ਪੀੜ੍ਹੀ ਦਰ ਪੀੜ੍ਹੀ ਜੁਆਇੰਟ ਫੈਮਲੀਆਂ ਰਹਿੰਦੀਆਂ ਸੀ, ਕਾਹਦੇ ਸਿਰ ਤੇ? ਗੁਣਾਂ ਦੇ ਸਿਰ ਤੇ, ਗਿਆਨ ਦੇ ਸਿਰ ਤੇ ਨਹੀਂ ਸਨ। ਗਿਆਨ ਤੇ ਉਹਨਾਂ ਨੂੰ ਅੰਗੂਠਾ ਲਾਉਣਾ ਆਉਂਦਾ ਸੀਗਾ, ਸਿਗਨੇਚਰ ਕਰਨੇ ਨਹੀਂ ਸੀ ਆਉਂਦੇ। ਉਹਨਾਂ ਨੂੰ ਕੋਈ ਚਿੱਠੀ ਪੱਤਰ ਲਿਖਣਾ ਨਹੀਂ ਸੀ ਆਉਂਦਾ। ਪਿੰਡ 'ਚ ਕੋਈ ਇੱਕ ਅੱਧਾ ਦੋ ਬੰਦਿਆਂ ਕੋਲ ਜਾ ਕੇ ਚਿੱਠੀਆਂ ਲਿਖਾਈਆਂ ਜਾਂਦੀਆਂ ਸੀ, ਉਹਨਾਂ ਕੋਲੇ ਪੜ੍ਹਾਈਆਂ ਜਾਂਦੀਆਂ ਸੀ। ਹੁਣ ਸਾਨੂੰ ਸਮਝ ਹੀ ਨਹੀਂ ਆਉਂਦੀ ਜੀ ਦਾਨ ਕੀ ਹੁੰਦਾ। ਅੱਜ ਜੋ ਕੁਝ ਸੰਸਾਰ ਦੇ ਵਿੱਚ ਮੌਜੂਦ ਹੈ, ਅਗਰ ਤੁਸੀਂ ਇਹਦਾ ਸਦ ਉਪਯੋਗ ਕਰੋ ਤਾਂ ਮੈਂ ਗੁਰੂ ਦੀ ਹਜ਼ੂਰੀ 'ਚ ਵਿਸ਼ਵਾਸ ਨਾਲ ਕਹਿ ਸਕਦਾ ਕਿ ਇਸ ਤੋਂ ਵਧੀਆ ਸਵਰਗ ਜਿਹੜਾ ਹੈ, ਉਹ ਜਿਹੜਾ ਮਿਥਿਆ ਹੋਇਆ ਨਾ ਲੋਕਾਂ ਨੇ ਮਰਨ ਤੋਂ ਬਾਅਦ, ਉਹ ਵੀ ਨਹੀਂ ਹੋ ਸਕਦਾ। ਕਿ ਉੱਥੇ ਇੰਟਰਨੈਟ ਹੋਏਗਾ, ਕਿ ਉੱਥੇ ਫੇਸਬੁੱਕ ਚੱਲਦੀ ਹੋਏਗੀ, ਉਹੀ ਪੁਰਾਣੀ ਗੱਲ। ਉੱਥੇ ਜੀ ਅੰਗੂਰਾਂ ਦੀ ਸ਼ਰਾਬ ਹੋਏਗੀ ਜੀ, ਉੱਥੇ ਹੂਰਾਂ ਹੋਣਗੀਆਂ ਜੀ। ਤੇ ਲਾਲਚ ਕਿਹਨੂੰ ਦਿੱਤਾ ਜਾ ਰਿਹਾ ਹੈ? ਜਿਹਦਾ ਇੱਥੇ ਰਿਸ਼ਤਾ ਵੀ ਨਹੀਂ ਹੋਇਆ, ਜਿਹਦਾ ਇੱਥੇ ਵਿਆਹ ਨਹੀਂ ਹੋਇਆ, ਉਹ ਜੰਨਤ ਦੇ ਸੁਪਨੇ ਲੈ ਰਿਹਾ ਵੀ ਉੱਥੇ ਜਾਵਾਂਗੇ, ਉੱਥੇ ਬਾਗ ਹੋਣਗੇ, ਫਰੂਟ ਖਾਵਾਂਗੇ। ਪੁੱਛੋ ਕਿਹੜੇ ਕਿਹੜੇ ਕੰਟਰੀ ਦੇ ਫਰੂਟ ਹੋਣਗੇ? ਉੱਥੇ ਆਸਟ੍ਰੇਲੀਆ ਦੇ ਫਰੂਟ ਹੋਣਗੇ, ਉੱਥੇ ਨਿਊਜ਼ੀਲੈਂਡ ਦੀ ਕੀਵੀ ਹੋਏਗੀ, ਇੱਥੇ ਹੈਗੀ ਜੇ। ਸ਼ਾਇਦ ਅਸੀਂ ਸੁਣਿਆ ਨਹੀਂ ਕਦੇ, ਧਰਤੀ ਥਾਪ ਰੱਖੀ ਧਰਮਸ਼ਾਲ। ਧਰਤੀ ਕੀ ਸੀ? ਪਰਮਾਤਮਾ ਨੇ ਧਰਤੀ ਧਰਮਸ਼ਾਲਾ ਬਣਾਈ ਸੀ। ਤੁਹਾਨੂੰ ਪਤਾ ਹੈ ਰੱਬ ਨੇ ਧਰਤੀ ਚੌਥਾ ਹਿੱਸਾ ਬਣਾਈ ਹੈ, ਸਿਰਫ 25%। ਧਰਤੀ ਤੋਂ 3 ਗੁਣਾ ਪਾਣੀ ਜ਼ਿਆਦਾ ਬਣਾਇਆ। ਕਿਉਂ? ਕਿਉਂਕਿ ਪਹਿਲਾ ਪਾਣੀ ਜੀਓ ਹੈ।
इस धरती ते रहन वास्ते जिस पानी की लोड़ है, परमात्मा ने पानी 3 गुणा ज़्यादा बनाया है। फिर वेखो बंदे दे जीवन वास्ते जिहड़ियां चीज़ां की लोड़ है, पानी की लोड़ है बिल्कुल फ्री है, हवा की लोड़ है बिल्कुल फ्री है, सूरज चंद्रमा की रोशनी है, लाइट है बिल्कुल फ्री है, कोई कीमत है ही नहीं। ये तो बंदिया तू बोतल में पानी पा के दा मुल पाया, रब का पानी फ्री है, रब ने पानी का मुल नहीं सी पाया। कबीर धरती साध की तस्कर बैसे गाहे, ये पीरां फकीरां दी धरती चोरां ने आके कब्जा कर लिया, उन्होंने इत्थे आके कलोनियां कटनियां शुरू कर दित्तियां, इथों भू माफिया शुरू हो गया, लैंड माफिया शुरू हो गया। परमात्मा ने धरती तुहाडे रहन वास्ते बनाई सी। धरती की है? धरती धर्मशाला है। हुण असीं की कीता, सारी धरती ते कब्जा कर लिया, ते एक आ प्लाट कहंदे जी मंदिर वास्ते, आ प्लाट कहंदे जी गुरुद्वारे वास्ते है। अज हालात इत्थे आ गए ने, इत्थे रोज बोलिया जाता है गुरुद्वारे इदा नहीं होना चाहिए, इदा नहीं होना चाहिए। बिल्कुल ठीक है, मैं तुहाडी हर मर्यादा नाल सहमत हाँ। गुरुद्वारे विच कोई नंगा सिर नहीं होना चाहिए। पुछो भी तुसी घर नंगे सिर फिरो, तुहाडे कोले परमिट है? तुहाडे कोले किहड़ा लाइसेंस है? गुरुद्वारे कोई नशा करके नहीं आना चाहिए, बिल्कुल ठीक है। तुसी घर बार बना लो अपने, तुहानू हक किने दिता है? जिदन तुसी गुरु दी गल समझ लोगे, जिदन गुरु दा ज्ञान तुहानू प्राप्त हो जाएगा, उदन एक गल चेता रखना, जिहड़ी चीज़ गुरुद्वारे विच वर्जित है वो चीज़ तुहाडे घर विच भी वर्जित है। जिहड़ी चीज़ गुरुद्वारे विच प्रवान है वो तुहाडे घर विच भी प्रवान है। जरूरत इस गल दी सी कि तुसी अपने घर नूं गुरुद्वारा बनाउंदे ते हालात ये बन गए भी तुसी गुरुद्वारे नूं भी घर बना लिया। हालात ये है। ये गल गुरु तो बिना बनेगी नहीं। हुणे मेरे तो पहला चेयरमैन साहब कह रहे सी, गुरु हरकृष्ण साहब जी की आजू 5 साल है। बिल्कुल ठीक है, 5 साल 3 महीनों के सन जदों गुरु बने। हुण जे आपां उम्र की गल करिए तो 5.25 साल का बच्चा तो स्कूल च मसां दाखल ही हुंदा है। आ हुण जदों दा एजुकेशन का विद्या का वपारीकरण होया है, 1.5 साल का बच्चा स्कूल जान लग गया। 1.5 साल का बच्चा, और मैं सुन के हैरान सीगा। इत्थे बच्चों के स्कूल ने 7, 8, 10 हज़ार रुपया फीस है उन्होंने। पर जदों असी स्कूले गए हाँ, उदों 5 साल तो छोटे बच्चे नूं स्कूल च वड़न नहीं सी दिंदे। वो कहते सी नहीं, ये बच्चे दे अजे पढ़न की उम्र भी नहीं, पढ़ाउण दा ते सवाल ही पैदा नहीं सी हुंदा। इत्थे 5 साल 3 महीनों का गुरु संसार नूं पढ़ाउंदा है। इन्नी छोटी उम्र वेख के जिहड़ा लाल चंद है, आप जी कदे अंबाले गए हो? उत्थे गुरुद्वारा साहब है पंजोखड़ा साहब, उस धरती का एक इतिहास है। गुरु साहब दिल्ली आ रहे सन, हुण उत्थे सतगुरां ने पड़ा किया, विश्राम किया। छोटी जी उम्र के गुरु जी वेख के जिहड़ा एक उत्थों का पंडित सी, उहदा नाम सी लाल चंद।
ਪੰਡਤ ਦਾ ਅਰਥ, ਅੱਖਰੀ ਅਰਥ ਜਿਹੜਾ ਹੈ ਨਾ, ਉਹ ਵਿਦਵਾਨ ਹੈ। ਜਿਹੜੀ ਪੋਸਟ ਹੈ ਨਾ, ਸ਼ੂਦਰ, ਵੈਸ਼, ਕਸ਼ਤਰੀ, ਉਹਦੇ ਵਿੱਚ ਪੰਡਤ ਨਹੀਂ ਆਉਂਦਾ, ਉਹ 'ਚ ਬ੍ਰਾਹਮਣ ਆਉਂਦਾ ਹੈ। ਪੰਡਤ ਦਾ ਆਖਰੀ ਅਰਥ ਜਿਹੜਾ ਹੈ, ਜਿਵੇਂ ਤੁਸੀਂ ਕਿਸੇ ਨੂੰ ਮਾਸਟਰ ਕਹਿ ਦਿਓ, ਜਿਵੇਂ ਆਪਾਂ ਗਿਆਨੀ ਕਹਿੰਦੇ ਆ, ਗਿਆਨੀ ਦਾ ਅਰਥ ਹੈ ਜਿਹਨੇ ਪੜ੍ਹਾਈ ਕੀਤੀ ਹੋਵੇ, ਜਿਹਨੂੰ ਗਿਆਨ ਹੋਵੇ। ਇੱਦਾਂ ਦਾ ਹੀ ਸ਼ਬਦ ਪੰਡਤ ਹੈ। ਚਾਰ ਵਰਨਾਂ ਦੇ ਵਿੱਚ ਪੰਡਤ ਸ਼ਬਦ ਨਹੀਂ ਆਉਂਦਾ, ਬ੍ਰਾਹਮਣ ਸ਼ਬਦ ਆਉਂਦਾ ਹੈ। ਉਹ ਪੰਡਤ ਸੀ। ਪੰਡਤ ਦਾ ਅਰਥ ਕੀ? ਪੜ੍ਹਿਆ ਲਿਖਿਆ ਸੀ। ਉਹਨੇ ਪੁੱਛਿਆ ਵੀ ਹਾਥੀ ਵੀ ਹੈ, ਰੱਥ ਵੀ ਨੇ, ਘੋੜੇ ਵੀ ਨੇ, ਬਈ ਕੋਈ ਸਰਕਾਰੀ ਹਾਕਮ ਜਾ ਰਿਹਾ ਹੈ ਦਿੱਲੀ ਵੱਲ। ਉਹਨੇ ਸੋਚਿਆ ਕੋਈ ਲਾਹੌਰ ਤੋਂ ਆਇਆ ਹੋਏਗਾ, ਕਿਉਂਕਿ ਮੁਗਲਾਂ ਦਾ ਰਾਜ ਸੀ ਉਸ ਵੇਲੇ। ਤੇ ਸਿੱਖਾਂ ਨੇ ਦੱਸਿਆ ਵੀ ਨਹੀਂ, ਕੋਈ ਹਾਕਮ ਨਹੀਂ ਹੈ। ਇਹ ਸਿੱਖਾਂ ਦੇ 8ਵੇਂ ਗੁਰੂ ਨੇ, ਗੁਰੂ ਹਰਕ੍ਰਿਸ਼ਨ ਸਾਹਿਬ। ਉਹ ਕਹਿੰਦਾ ਜੀ ਮੈਂ ਦਰਸ਼ਨ ਕਰ ਸਕਦਾ, ਮੈਂ ਵੇਖ ਸਕਦਾ ਕੌਣ ਨੇ। ਹੁਣ ਜਦੋਂ ਵੇਖਿਆ, ਤੂੰ ਕਹਿਣ ਲੱਗਾ ਵੀ ਛੋਟਾ ਜਿਹਾ ਬੱਚਾ ਹੈ। ਉਹਨੇ ਫਿਰ ਪੁੱਛਿਆ ਵੀ ਇਹ ਕਿਸੇ ਦੀਵਾਨ ਦਾ, ਕਿਸੇ ਸਿਪਾ ਸਲਾਰ ਦਾ, ਕਿਸੇ ਚੌਧਰੀ ਦਾ, ਕਿਸੇ ਵੱਡੇ ਹਾਕਮ ਦਾ ਇਹ ਕੋਈ ਸ਼ਹਿਜ਼ਾਦਾ ਹੈ? ਸਿੱਖਾਂ ਨੇ ਕਿਹਾ ਵੀ ਨਹੀਂ, ਤੈਨੂੰ ਦੱਸਿਆ ਵੀ ਇਹ ਗੁਰੂ ਹੈ। ਕਹਿਣ ਲੱਗਾ ਇਹਦਾ ਨਾਂ ਕੀ ਹੈ? ਉਹਨੇ ਸੋਚਿਆ ਵੀ ਮੈਂ ਪੰਡਤ ਹਾਂ, ਪੜ੍ਹਿਆ ਲਿਖਿਆ, ਮੈਂ ਕਿਹੜੀ ਕਿਤਾਬ ਨਹੀਂ ਪੜ੍ਹੀ, ਮੈਨੂੰ ਸਾਰੇ ਗੁਰੂਆਂ ਦੇ ਨਾਂ ਆਉਂਦੇ ਨੇ। ਉਹ ਕਹਿੰਦੇ ਜੀ ਇਹਨਾਂ ਦਾ ਨਾਂ ਹੈ ਗੁਰੂ ਹਰਕ੍ਰਿਸ਼ਨ। ਹੁਣ ਉਹਨੇ ਮਜ਼ਾਕ ਕੀਤਾ, ਹਰਕ੍ਰਿਸ਼ਨ, ਅੱਛਾ ਕ੍ਰਿਸ਼ਨ ਜੀ ਤੋਂ ਵੀ ਵੱਡਾ? ਕਮਾਲ ਹੈ। ਕਹਿੰਦਾ ਸਿੱਖਾਂ ਨੂੰ ਵੀ ਤੁਹਾਨੂੰ ਪਤਾ ਹੈ ਜਿਹੜੇ ਕ੍ਰਿਸ਼ਨ ਜੀ ਹੋਏ ਨੇ, ਉਹ ਇੱਕ ਯੁੱਗ ਦੇ ਅਵਤਾਰ ਹੋਏ ਨੇ। ਉਹਨਾਂ ਦਾ ਨਾਂ ਕ੍ਰਿਸ਼ਨ ਸੀ। ਤੇ ਕ੍ਰਿਸ਼ਨ ਜੀ ਤੋਂ ਵੱਡਾ ਨਾਂ ਰਖਾ ਕੇ ਕੋਈ ਬੰਦਾ ਵੱਡਾ ਥੋੜਾ ਹੋ ਸਕਦਾ ਹੈ। ਕੀ ਤੁਹਾਨੂੰ ਪਤਾ ਹੈ ਵੀ ਕ੍ਰਿਸ਼ਨ ਜੀ ਨੇ ਗੀਤਾ ਉਚਾਰਨ ਕੀਤੀ ਸੀ? ਤੇ ਨਾਂ ਹਰ ਕ੍ਰਿਸ਼ਨ ਰੱਖਣ ਨਾਲ ਕੀ ਹੁੰਦਾ ਹੈ? ਕ੍ਰਿਸ਼ਨ ਜੀ ਦੀ ਗੀਤਾ ਭਾਵੇਂ ਇਹਨਾਂ ਨੂੰ ਪੜ੍ਹਨੀ ਵੀ ਨਾ ਆਉਂਦੀ ਹੋਵੇ। ਸਿੱਖਾਂ ਨੇ ਜਾ ਕੇ ਮਹਾਰਾਜ ਨੂੰ ਦੱਸਿਆ ਵੀ ਸੱਚੇ ਪਾਤਸ਼ਾਹ ਇੱਕ ਪੰਡਤ ਹੈ, ਇਦਾਂ ਦੀਆਂ ਉਹ ਤਰਕ ਵਾਲੀਆਂ ਗੱਲਾਂ ਕਰਦਾ। ਗੁਰੂ ਜੀ ਕਹਿਣ ਲੱਗੇ ਉਹਨੂੰ ਬੁਲਾਓ। ਬੁਲਾਇਆ ਤੇ ਗੁਰੂ ਜੀ ਨੇ ਪੁੱਛਿਆ ਵੀ ਪੰਡਤ ਜੀ ਦੱਸੋ। ਕਹਿਣ ਲੱਗਾ ਜੀ ਮੈਂ ਇੱਕ ਸਵਾਲ ਕੀਤਾ ਵੀ ਜੇ ਤੁਹਾਡਾ ਨਾਂ ਹਰਕ੍ਰਿਸ਼ਨ ਹੈ ਤਾਂ ਕੀ ਤੁਹਾਨੂੰ ਕ੍ਰਿਸ਼ਨ ਜੀ ਦੀ ਗੀਤਾ ਪੜ੍ਹਨੀ ਆਉਂਦੀ ਹੈ ਕਿ ਨਾ ਹੀ ਵੱਡਾ ਰੱਖ ਕੇ ਵੱਡੇ ਹੋ ਗਏ ਹੋ? ਸਤਿਗੁਰੂ ਮਹਾਰਾਜ ਕਹਿਣ ਲੱਗੇ ਵੀ ਭਾਈ ਪੜ੍ਹਨੀ ਤਾਂ ਆਉਂਦੀ ਹੈ, ਪਰ ਤੇਰੀ ਤਸੱਲੀ ਨਹੀਂ ਹੋਣੀ। ਤੂੰ ਏਦਾਂ ਕਰ, ਤੂੰ ਆਪਣੀ ਮਰਜ਼ੀ ਦਾ ਕੋਈ ਮਨੁੱਖ ਲੈ ਕੇ ਆ। ਉਹ ਵਿਅਕਤੀ ਜਿੱਥੋਂ ਤੂੰ ਕਵੇਂਗਾ ਉਹ ਗੀਤਾ ਵੀ ਪੜ੍ਹੇਗਾ ਤੇ ਤੈਨੂੰ ਗੀਤਾ ਦੇ ਅਰਥ ਵੀ ਸੁਣਾਏਗਾ। ਪੰਡਤ ਇੱਕ ਛੱਜੂ ਨਾਮੀ ਝੂਰ ਨੂੰ ਲੈ ਕੇ ਆ ਗਿਆ। ਹੁਣ ਉਹਨੂੰ ਆਪਾਂ ਕਮਲਾ ਕਹੀਏ, ਬੋਲਾ ਕਹੀਏ, ਗੂੰਗਾ ਕਹੀਏ, ਜਿੰਨੇ ਸ਼ਬਦ ਕਹੋ ਉਹ ਪ੍ਰਵਾਨ ਹੋ ਸਕਦੇ ਨੇ। ਸ਼ਾਇਦ ਉਹਨੇ ਸੋਚਿਆ ਸੀ ਵੀ ਅਨਪੜ੍ਹ ਬੰਦਾ ਹੈ, ਲੇਬਰ ਕਲਾਸ ਹੈ, ਖੂਹ ਤੋਂ ਪਾਣੀ ਕੱਢਦਾ ਹੈ, ਲੋਕਾਂ ਦੇ ਘਰਾਂ 'ਚ ਪਾਣੀ ਭਰਦਾ ਹੈ। ਉਦੋਂ ਕਿਹੜਾ ਕੋਈ ਵਾਟਰ ਵਰਕਰ ਸਿਸਟਮ ਤਾਂ ਹੁੰਦਾ ਨਹੀਂ ਸੀ, ਈਵਨ ਹੈਂਡ ਪੰਪ ਵੀ ਨਹੀਂ ਸੀ ਹੁੰਦੇ, ਨਲਕੇ ਵੀ ਨਹੀਂ ਸੀ ਹੁੰਦੇ। ਪਾਣੀ ਸਿਰਫ ਦੋ ਥਾਵਾਂ ਤੋਂ ਮਿਲਦਾ ਸੀ, ਜਾਂ ਨਦੀਆਂ ਤੋਂ ਜਾਂ ਖੂਹਾਂ ਤੋਂ।
गरीब आदमी पानी खुद लैके आउंदे सी, अमीर आदमियों के घर पानी भरिया जाता सी। पानी भरन वाले का काम हुंदा सी, उन्होंने महरा कह दिता जाता सी। हुण ये छज्जू झूर जिहड़ा है महरा पानी भरन वाला, ये इस जाति के बंदे दो काम करते सी। सवेरे पानी भरते सी ते शाम नूं भट्ठी ला के दाने भुनते सी। वो जाके भाई छज्जू नूं लाया, कहन लगा जी इहदे को कराओ। इतिहास कहता कि गुरु महाराज दे कोल एक छड़ी हुंदी सी, सतगुरां ने छड़ी उहदे सिर ते छुहाई है ते आख्या छज्जू भाई इनू गीता भी पढ़ के सुना तो उहदे अर्थ भी करके सुना। भाई छज्जू ने गीता भी पढ़ी, उहदे अर्थ भी करके सुनाए। साडी गलती की है? साडी गलती है भी असी गुरु दे प्रति तर्क बतर्क चों बाहर निकलते ही नहीं। असी बाहर जा ही नहीं रहे। मैं फिर बेनती करा, सिख धर्म दुनिया का लेटेस्ट धर्म है। किसी धर्म को माड़ा ना कहो। अगर तुहाडे विच हिम्मत है तो हर धर्म की नॉलेज लवो, हर धर्म का ज्ञान लवो, हर धर्म की स्टडी करो, पढ़ो। सब कुछ पढ़न तो बाद तुसी कहोगे कि रब दे घर का जिहड़ा सब तो नेड़े का रस्ता है वो सिख धर्म है। धर्म की है? धर्म वे ऑफ लाइफ है। जिंदगी जीवन दे एक ढंग नूं धर्म कहते हैं, जीवन शैली नूं धर्म कहते हैं। असी धर्म नूं बना लिया वहम भरम ते पखंड। जिन्नियां किसी ने माला वध पाइयां होण, जिन्हें धर्म के चिन्ह वध लाए होण, जिन्हें उन्हें हथ दे विच वहमां भरमां दे पत्थर पाए होण, जिन्हें रंग बरंगे बंदे ने धागे बधे होण, असी सोचते भी ओडा ही धर्मी है। जदों कि इन्हां चीज़ों का धर्म नाल कोई लेना देना नहीं। धर्म का संबंध सिर्फ इन्ना है कि बोलीए सच, धर्म झूठ ना बोलीए। जो गुर दसै वाट मुरीदा जोली है। धर्म का पहला उपदेश है सच बोलना। दूजा की है? धर्म कमाना। हुण धर्म के अखरी अर्थ की है? धर्म के वहम भरम के अर्थ तो मैं दस दिते ने तुहानूं भी जिन्नियां माला वध होणगियां, जिन्ने चिन्ह वध होणगे, जिन्ने रंग बरंगे धागे होणगे, जिन्ने उंगलों के विच पाए स्टोन होणगे, असी सोचते भी ये तो बहुत धर्मी है। धर्मी नहीं है, वो कर्मकांडी है। थोड़े दिन होए इस दरबार विच आपां एक कथा सुनी है। गुरु नानक साहब लाहौर गए तो उत्थे वड्डा टुकी सी। ये बचन उचारे लाहौर शहर जहर, लाहौर शहर सवा पहर, जहर कहर सवा पहर। लाहौर शहर है, उत्थे जहर ते कहर है। सवा पैर दिन च यही काम हुंदा सी उत्थे। सतगुरु कहन लगे मरदाने अगे चलते हैं। अगे गए तो की वेख्या, एक पंडित गोबर लैके पहला धरती ते लेपन करदा है, फिर वो आले दुआले लीका मारदा है। एक ही बन गया, एक कारां कढ़ियां होया चौंका, एक पवित्र जगह बन गई। हुण की कीता उन्हें? हुण उन्हें इशनान किया। इशनान करने तो बाद उन्हें 12 तिलक लाए। इत्थे ना बहुते तुसी लोकां दे वेखोगे मत्थे 'च एक तिलक हुंदा है, उन्हें 12 लाए।
फिर उन्हें की कीता, फिर वो आके चौंके विच बह गया। फिर उन्हें की कीता, उत्थे एक चौंकी रख ली। फिर की कीता, फिर उन्हें सालग्राम कढ़ ले, मूर्तियां कढ़ लईयां, प्रतिमा कढ़ लईयां देवी देवतियां दियां, उन्होंने इशनान कराया, उन्होंने चंदन चढ़ा, केसर चढ़ा, उन्होंने धूप बत्ती अगरबत्ती की, वो सारे चौंकी दे उपर सजा लाए। फिर की कीता, फिर उन्हें माला कढ़ ली, माला उन्हें हाथ च फड़ लई, आप उन्हें चौंकड़ी मार लई, अखां उन्हें बंद कर लियां। हुण समा नहीं है, नहीं तो मैं सारी गल दोबारा रिपीट करा। कई बारी ना तुसीं कहने भी सानू मशकीन साहब की कथा बड़ी छेती समझ आउंदी सी। समझ इस करके आउंदी सी कि वो कथा नूं विच रिपीट करते सी। एक गल नूं जदों 3 वारी कह दोगे अपने आप ही तुहाडे जिहन दिमाग दे विच उतर जाएगी। पंडित ने गोबर लिया, चौंका सुच्चा किया, इशनान किया, 12 तिलक लाए, फिर चौंके विच बह के एक पीढ़ी लियांदी, चौंकी लियांदी, उहदे उत्ते सालग्राम सजाए, उन्हां दे इशनान कराए, उन्हां नूं चंदन चढ़ाया, केसर चढ़ाया, फिर माला कढ़ लई। वड्डी सारी माला सी। माला कढ़ के फिर की कीता, फिर अपनियां अखां बंद कर लईयां। जदों अपनियां अखां बंद कीतियां ते गुरु नानक साहब पहलां ते वेखदे रहे, ते फिर सतगुरु जी बोल पे, कहन लगे पंडित जी एक गल पुछनी है तुहानूं। पंडित ने सोचा भी अजे दुकान लाई भी नहीं, सामी ते आ भी गई। देखो दुकानदार नूं कस्टमर का बड़ा फिक्र होता है, तो जे शटर चुकते ही कस्टमर आ जाए तो बस फिर की, फिर तो कमाल ही है। कहन लगा जी दसो। सतगुरु कहते भी तू गोबर लिया के चौंका सुच्चा किया? कहता हाँ जी। फिर सतगुरु कहते तू ये आले दुआले लीका मारियां? कहन लगा हाँ जी। फिर सतगुरु कहते तू इशनान किया, तिलक लाए, फिर तू ये चौंकी रखी, सालग्राम सजाए, सब देवियां देवते सामने रख ले तू, फिर तू माला फड़ लई। सतगुरु कहते इत्थों तक ठीक है, फिर तू अखां बंद कर लईयां। सतगुरु कहन लगे हुण ये दस कि अखां बंद करके हुण तू ध्यान किहदा धरन लगा है? हुण पंडित हिल गया, उन्होंने समझ आ गई भी मैं तो फड़िया गया। देखो किसी की कमजोरी चोरी सिर्फ जानकार बंदा ही फड़ सकता है, हर बंदा नहीं फड़ सकता। वो फड़िया गया। सतगुरु कहन लगे मैनू एक दस भाई, आ जेड़े चौंकी ते भगवान बैठे ने, तू लोकां नू कह रहा है कि इन्हां दे दर्शन करो ते मत्था टेको, आप तू अखां बंद कीतियां ने, हुण तू दस भी ध्यान इन्हां दा धर रहा है जां किसी होर दा? भी जे किसी होर दा ध्यान धरना सी ते तैनूं इन्ना कुछ करन दी लोड़ नहीं सी। ते जे ये भगवान वड्डे ने महान ने ते हुण इन्हां दे सामने बह के तैनूं अखां बंद करन दी लोड़ कोई नहीं, फिर इन्हां दे दर्शन कर बई तू। देखो अज सब तो वड्डी लोड़ जिहड़ी है वो इस गल दी है कि की आपां इन्हां कर्म कांडां चों बाहर आ सकते हैं? असीं कर्म कांडां विच प्रवृत्त हां। धर्म की है? धर्म दे आखरी अर्थ ने फर्ज। अगर तुसी अपनी ड्यूटी निभा रहे हो, हुण फर्ज का जिहड़ा अंग्रेजी वर्जन वो की है? वो ड्यूटी है। हुण ड्यूटी हर बंदा ही कही जाता मैं ड्यूटी जा रहा जी, मेरी ड्यूटी चल रही है जी, मेरी ड्यूटी ऑफ हो गई है जी, मेरी ड्यूटी ऑन हो गई है जी।
ਤੁਹਾਨੂੰ ਡਿਊਟੀ ਸ਼ਬਦ ਕਹਿਣਾ ਆਉਂਦਾ ਹੈ ਕਿ ਤੁਹਾਨੂੰ ਡਿਊਟੀ ਸ਼ਬਦ ਦੇ ਨਾਲ ਇਨਸਾਫ ਕਰਨਾ ਆਉਂਦਾ ਹੈ। ਹੁਣ ਉਹਦੀ ਇੱਕ ਉਦਾਹਰਨ ਮੈਂ ਦੇ ਕੇ ਸਮਾਪਤੀ ਕਰਾਂ। ਇਹ ਗੱਲ ਮੇਰੇ ਆਪਣੇ ਨਾਲ ਵਾਪਰੀ ਹੋਈ ਹੈ। ਸੀਸਗੰਜ ਸਾਹਿਬ ਮੇਰੀ ਸੇਵਾ ਸੀ। ਇੱਕ ਬੰਦਾ ਮੇਰੇ ਕੋਲ ਆਇਆ, ਕਹਿੰਦਾ ਗਿਆਨੀ ਜੀ ਮੈਨੂੰ ਅੱਧਾ ਪੌਣਾ ਘੰਟਾ ਹੋ ਗਿਆ ਹੈ ਤੇ ਜਿਹੜੀਆਂ ਥੱਲੇ ਤੁਹਾਡੀਆਂ ਧਾਰਮਿਕ ਦੁਕਾਨਾਂ ਨੇ, ਜਿੱਥੋਂ ਕੰਘੇ ਮਿਲਦੇ ਨੇ, ਕੜੇ ਮਿਲਦੇ ਨੇ, ਗੁਰਬਾਣੀ ਦੀਆਂ ਪੋਥੀਆਂ ਮਿਲਦੀਆਂ ਨੇ, ਗੁਰਬਾਣੀ ਦੇ ਗੁਟਕੇ ਮਿਲਦੇ ਨੇ, ਮੈਂ ਕੋਈ ਚੀਜ਼ ਲੈਣੀ ਹੈ ਪਰ ਜਿਹੜੀ ਉੱਥੇ ਬੀਬੀ ਬੈਠੀ ਉਹ ਪਾਠ ਕਰੀ ਜਾਂਦੀ ਹੈ ਤੇ ਮੈਨੂੰ 45 ਮਿੰਟ 40 ਮਿੰਟ ਹੋ ਗਏ ਨੇ, ਮੈਂ ਵੇਟ ਕਰ ਰਿਹਾ। ਮੈਂ ਉਸ ਬੀਬੀ ਨੂੰ ਬੁਲਾਇਆ, ਸੇਵਾਦਾਰ ਨੂੰ ਘੱਲਿਆ, ਮੈਂ ਕਿਹਾ ਜਾ ਉਹਨੂੰ ਕਲਰਕ ਨੂੰ ਬੁਲਾ ਬਈ। ਉਹ ਆਈ। ਮੈਂ ਕਿਹਾ ਬੀਬੀ ਇਹ ਬੰਦਾ 40-45 ਮਿੰਟ ਤੋਂ ਤੇਰੀ ਵੇਟ ਕਰ ਰਿਹਾ ਹੈ, ਤੂੰ ਪਾਠ ਕਰ ਰਹੀ ਹੈ ਭਾਈ ਸਾਹਿਬ, ਫਿਰ ਪਾਠ ਵੀ ਨਾ ਕਰੀਏ। ਹੁਣ ਮੈਨੂੰ ਤੁਸੀਂ ਦੱਸੋ ਵੀ ਤੁਸੀਂ ਇਹਦੇ 'ਚੋਂ ਕੋਈ ਗੱਲ ਸਮਝ ਸਕੇ। ਮੈਂ ਕਿਹਾ ਭੈਣੇ ਤੈਨੂੰ ਤਨਖਾਹ ਇਸ ਦੁਕਾਨ ਤੇ ਪਾਠ ਕਰਨ ਦੀ ਨਹੀਂ ਮਿਲਦੀ। ਇਸ ਦੁਕਾਨ ਦੇ ਉੱਤੇ ਤੇਰੀ ਡਿਊਟੀ ਇਹ ਹੈ ਕਿ ਕੋਈ ਵੀ ਵਿਅਕਤੀ ਆਵੇ ਉਹਨੂੰ ਜਿਹੜੀ ਚੀਜ਼ ਚਾਹੀਦੀ ਹੈ, ਜੇ ਤੇਰੇ ਕੋਲ ਹੈਗੀ ਹੈ ਤੇ ਉਹਦੇ, ਨਹੀਂ ਹੈਗੀ ਤੇ ਕੋਸ਼ਿਸ਼ ਇਹ ਕਰ ਵੀ ਵੀਰ ਜੀ ਤੁਸੀਂ ਖਲੋਵੋ, ਮੈਂ ਹੁਣੇ ਪਤਾ ਕਰਦੀ, ਜੇ ਇੱਥੋਂ ਕਿਤੇ ਨੇੜੇ ਵੀ ਮਿਲਦੀ ਹੋਵੇ ਤੇ ਮੈਂ ਤੁਹਾਨੂੰ ਲੈ ਕੇ ਦਿੰਦੀ। ਅੱਜ ਤੁਹਾਨੂੰ ਹਜ਼ਾਰਾਂ ਬੰਦੇ ਮਿਲਣਗੇ, ਹਜ਼ਾਰਾਂ ਬੰਦੇ ਆਪਣੀ ਡਿਊਟੀ ਤੇ ਡਿਊਟੀ ਨਹੀਂ ਕਰਦੇ। ਹੁਣ ਤੁਸੀਂ ਕਹੋਗੇ ਜੀ ਉਹ ਪਾਠ ਕਰਦੇ ਨੇ, ਇੰਨਾ ਪਵਿੱਤਰ ਕਰਮ ਕਰਦੇ ਨੇ, ਪੁੱਛੋ ਪਾਠ ਕਿਹਦਾ ਕਰਦੇ ਹੋ? ਰੱਬ ਦਾ ਬੰਦਾ ਖਲੋਤਾ ਹੈ, ਉਹਨੇ ਹੋ ਸਕਦਾ ਤੁਹਾਡੇ ਤੋਂ ਦਵਾਈ ਲੈਣੀ ਹੋਵੇ, ਹੋ ਸਕਦਾ ਉਹਨੇ ਕੋਈ ਚੀਜ਼ ਲੈ ਕੇ ਘਰ ਜਾ ਕੇ ਕੋਈ ਹੋਰ ਕੰਮ ਕਰਨਾ ਹੋਵੇ। ਆਪਣੀ ਡਿਊਟੀ ਨੂੰ ਡਿਊਟੀ ਸਮਝੋ। ਧਰਮ ਕੀ ਹੈ? ਧਰਮ ਤੁਹਾਡੇ ਫਰਜ਼ ਨੇ। ਬੋਲੀਏ ਸੱਚ, ਧਰਮ, ਝੂਠ ਨਾ ਬੋਲੀਏ, ਫਿਰ ਝੂਠ ਨਹੀਂ ਬੋਲਣਾ ਚਾਹੀਦਾ। ਜੋ ਗੁਰ ਦੱਸੇ ਵਾਟ ਮੁਰੀਦਾ ਜੋਲੀ ਹੈ। ਜਦੋਂ ਆਪਾਂ ਇਸ ਤਰ੍ਹਾਂ ਗੁਰਦੁਆਰਿਓਂ ਆ ਕੇ ਸਿੱਖ ਲਵਾਂਗੇ ਨਾ ਤੇ ਜੀਵਨ ਵਿੱਚ ਕੋਈ ਟੋਟਾ ਕਮੀ ਨਹੀਂ ਰਹੇਗੀ। ਹੁਣ ਇਹਨਾਂ ਚੀਜ਼ਾਂ ਦੇ ਪ੍ਰਮਾਣ ਤੁਹਾਡੀਆਂ ਅੱਖਾਂ ਦੇ ਸਾਹਮਣੇ ਨੇ। ਅੱਜ ਤੋਂ ਬਾਅਦ ਉਹ ਬੰਦੇ ਲੱਭਣ ਦੀ ਕੋਸ਼ਿਸ਼ ਕਰਿਓ ਜਿਹੜੇ ਬੰਦੇ ਸੱਚ ਬੋਲਦੇ ਹੋਣ, ਜਿਹੜੇ ਬੰਦੇ ਆਪਣਾ ਧਰਮ ਨਿਭਾਉਂਦੇ ਹੋਣ, ਜਿਹੜੇ ਬੰਦੇ ਝੂਠ ਨਾ ਬੋਲਦੇ ਹੋਣ। ਫਿਰ ਉਹਨਾਂ ਨਾਲ ਆਪਣੀ ਜ਼ਿੰਦਗੀ ਨੂੰ ਕੰਪੇਅਰ ਕਰਿਓ, ਬਰਾਬਰਤਾ ਕਰਕੇ ਵੇਖਿਓ ਤੁਸੀਂ ਕਿੱਥੇ ਹੋ, ਕਿੱਥੇ ਨੇ। ਫਿਰ ਉਹਨਾਂ ਦੇ ਘਰਾਂ ਦੀ ਸੁੱਖ ਸਮਰਿੱਧੀ, ਉਹਨਾਂ ਦੇ ਘਰਾਂ ਦੀ ਸੁੱਖ ਸ਼ਾਂਤੀ, ਕਿਉਂਕਿ ਰੱਬ ਉਹਨਾਂ ਦੇ ਘਰਾਂ ਵਿੱਚ ਹੈ, ਸਾਡੇ ਕੋਲ ਨਹੀਂ ਹੈ। ਸਤਿਗੁਰੂ ਦੀ ਬਾਣੀ 'ਚ ਲਿਖਿਆ ਹੋਇਆ ਹੈ ਕਿ ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਗੁਰ ਪੀਰ ਹਾਮਾ ਤਾਂ ਭਰੈ, ਜਾਂ ਮੁਰਦਾਰ ਨਾ ਖਾਏ। ਠੱਗੀਆਂ ਮਾਰ ਕੇ ਖਾਣੀਆਂ ਛੱਡ ਦਿਓ, ਗੁਰੂ ਤੁਹਾਡੀ ਬਾਹ ਨਹੀਂ ਛੱਡੇਗਾ, ਗੁਰੂ ਤੁਹਾਡੀ ਬਾਹ ਫੜ ਕੇ ਰੱਖੇਗਾ। ਇਹਨੇ ਇੱਕ ਸ਼ਬਦ ਪ੍ਰਵਾਨ ਕਰਨਾ। ਗੁਰੂ ਹਰਕ੍ਰਿਸ਼ਨ ਸਾਹਿਬ ਪਿਤਾ ਮਹਾਰਾਜ ਦੇ ਪਾਵਨ ਗੁਰਪੁਰਬ ਨੂੰ ਮਨਾਉਣ ਵਾਸਤੇ ਆਪ ਜੀ ਹਜ਼ਾਰਾਂ ਦੀ ਗਿਣਤੀ ਵਿੱਚ ਅੰਮ੍ਰਿਤ ਵੇਲੇ ਤੋਂ ਆ ਰਹੇ ਹੋ। ਔਰ ਉਹ ਭਾਗਾਂ ਵਾਲਾ ਦਿਨ ਵੀ ਚੜ੍ਹਨ ਵਾਲਾ ਹੈ 2 ਅਗਸਤ, ਜੋ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਗੁਰਪੁਰਬ ਦਾ ਦਿਹਾੜਾ ਹੈ। ਇਸੇ ਉਪਲਕਸ਼ ਵਿੱਚ ਦਿੱਲੀ ਕਮੇਟੀ ਨੇ, ਧਰਮ ਪ੍ਰਚਾਰ ਕਮੇਟੀ ਨੇ ਪ੍ਰੋਗਰਾਮ ਉਲੀਕੇ ਨੇ। ਆਓ ਸਾਰੇ ਗੁਰੂ ਗੁਰੂ ਕਰਦੇ ਹਾਂ, ਉਸ ਭਾਗਾਂ ਵਾਲੇ ਦਿਨ ਵਿੱਚ ਪ੍ਰਵੇਸ਼ ਕਰੀਏ, ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰੀਏ ਘੜੀ ਘੜੀ, ਔਰ ਕਹੀਏ, ਸਿੱਧਾ ਸਿੱਧਾ ਕਹਿਣਾ ਚਾਹੀਦਾ ਹੈ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜਦੋਂ ਤੁਸੀਂ ਦਿੱਲੀ ਆਏ ਸੀ, ਦਿੱਲੀ 'ਚ ਬੜੀ ਵੱਡੀ ਮਹਾਮਾਰੀ ਸੀ, ਚੇਚਕ ਦਾ ਰੋਗ ਸੀ। ਉਦੋਂ ਤੁਸੀਂ ਸਾਨੂੰ ਇਹ 'ਚ ਬੱਚਾ ਸਾਹਿਬ ਬਖਸ਼ਿਆ, ਜਲ ਬਖਸ਼ਿਆ। ਅੱਜ ਇਸ ਅੰਮ੍ਰਿਤ ਜਲ ਨੂੰ ਛਕ ਕੇ ਸੰਸਾਰ ਆਪਣੇ ਦੁੱਖ ਮਿਟਾਉਂਦਾ ਹੈ। ਦਾਤਾ ਜੀ ਤੁਹਾਡਾ ਗੁਰਪੁਰਬ ਆਇਆ ਹੈ, ਕਿਰਪਾ ਕਰੋ। 1.5 ਸਾਲ ਤੋਂ ਵੱਧ ਸਮਾਂ ਹੋ ਗਿਆ ਹੈ, ਦੁਨੀਆ ਦੀ ਇਸ ਤਰਾਸਦੀ ਨੂੰ
ਕਰੋਨੇ ਦੀ ਇਸ ਮਹਾਮਾਰੀ ਨੂੰ ਸਤਿਗੁਰੂ ਸਾਡੇ ਰੋਗ ਕੱਟ ਦਿਓ। ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀਏ ਕਾ ਮਿਟਾਵੋ ਪ੍ਰਭ ਸੋਗ। ਇਹ ਬੇਨਤੀਆਂ ਗੁਰੂ ਦੇ ਚਰਨਾਂ ਵਿੱਚ ਕਰੀਏ। ਇੰਨੇ ਸ਼ਬਦ ਪ੍ਰਵਾਨ ਕਰਨਾ ਜੀ। ਅਗਲੇ ਸਮੇਂ ਵਾਸਤੇ ਸਾਡੇ ਧਰਮ ਪ੍ਰਚਾਰ ਕਮੇਟੀ ਦੇ ਕੋ ਚੇਅਰਮੈਨ ਸਰਦਾਰ ਇੰਦਰਜੀਤ ਸਿੰਘ ਜੀ ਮੌਂਟੀ, ਉਹ ਆਪ ਸੰਗਤ ਦੇ ਦਰਸ਼ਨ ਕਰਨਗੇ, ਸਮਾਂ ਵੰਡ ਕਰਨਗੇ। ਰਾਤ 11 ਵਜੇ ਤੱਕ ਇਹ ਦੀਵਾਨ ਇਸੇ ਤਰ੍ਹਾਂ ਸਜਣੇ ਨੇ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।